ਤੁਸੀਂ ਸਾਰੇ ਮਾਂ ਮੰਨਦੇ ਹੋ ਗਊ ਮਾਤਾ ਨੂੰ? ਕਦੀ ਸੋਚਿਆ ਵੀ ਹੈ ਕਿ ਜੋ ਤੁਸੀਂ ਬੋਲਿਆ ਕਰਦੇ ਉਹਨੂੰ ਕਦੀ ਆਪਣੇ ਜੀਵਨ ਵਿੱਚ ਉਤਾਰਿਆ ਹੈ, ਕਰਕੇ ਦੇਖਿਆ ਉਸ ਚੀਜ਼ ਨੂੰ ਕਦੀ? ਮਾਂ ਮੰਨਣਾ ਔਰ ਮਾਂ ਨੂੰ ਆਪਣੇ ਨਾਲ ਰੱਖਣਾ, ਉਹਦੀ ਸੇਵਾ ਕਰਨਾ ਬਹੁਤ ਜ਼ਮੀਨ ਆਸਮਾਨ ਦਾ ਫਰਕ ਹੈ। ਮੈਨੂੰ ਇੱਕ ਗੱਲ ਦੱਸੋ ਯਾਰ, ਤੁਹਾਡੀ ਮਾਂ ਨੇ ਤੁਹਾਨੂੰ ਪਾਲਿਆ, ਤੁਹਾਡੀ ਮਾਂ ਨੇ ਤੁਹਾਨੂੰ ਜੰਮਿਆ, ਤੁਹਾਡੀ ਮਾਂ ਨੇ ਤੁਹਾਨੂੰ ਦੁੱਧ ਪਿਲਾਇਆ। ਜਦ ਤੁਹਾਡੀ ਮਾਂ ਨੇ ਦੁੱਧ ਦੇਣਾ ਤੁਹਾਨੂੰ ਬੰਦ ਕਰ ਦਿੱਤਾ, ਤੁਸੀਂ ਮਾਂ ਘਰ ਤੇ ਨਿਕਾਲ ਦਿੰਦੇ ਆ। ਇਹ ਹਾਲ ਹੈ ਲੋਕਾਂ ਦੇ। ਅਸੀਂ ਜਦ ਬੈਠ ਕੇ ਇਹ ਗੱਲਾਂ ਕਰਦੇ ਆ ਕਿ ਗਵਰਨਮੈਂਟ ਨਹੀਂ ਕਰ ਰਹੀ ਹੈ ਕੁਝ ਫਲਾਣਾ ਟਿਮਕਾ, ਤੁਹਾਡਾ ਆਪਣਾ ਫਰਜ਼ ਨਹੀਂ ਬਣਦਾ ਗਿਆ ਕਿ ਤੁਸੀਂ, ਤੁਹਾਡੇ ਵਾਸਤੇ ਉਹ ਦੇਵਤਾ ਨਹੀਂ ਹੈ, ਤੁਹਾਡੇ ਵਾਸਤੇ ਉਹ ਮਾਤਾ ਨਹੀਂ ਹੈ। गौ माता का जो है प्रसव हो गया था सड़क के ऊपर ही, और सड़क के ऊपर ही नहीं बच्चा देता था, लेकिन वो बच्चे ਨੂੰ कुत्ते खा गए। ਇਹ ਹਾਲ ਹੁੰਦਾ ਹੈ ਜਦੋਂ ਤੁਸੀਂ ਆਪਣੇ ਗੋਵੰਸ਼ ਨੂੰ, ਆਪਣੀ ਗਾਈਆਂ ਨੂੰ ਬੇਸਹਾਰਾ ਛੱਡ ਦਿੰਦੇ ਆ। ਉਹਨੇ ਸ਼ੁਕਰ ਰੱਖਿਆ ਤੁਹਾਡੇ ਉੱਪਰ ਕਿ ਤੁਸੀਂ ਬੜੀਆਂ ਵਧੀਆ ਜੌਬ ਕਰ ਰਹੇ ਹੋ, ਜਾਂ ਵਧੀਆ ਪੈਸਾ ਕਮਾ ਰਹੇ ਹੋ, ਜਾਂ ਵਧੀਆ ਨੌਕਰੀ ਹੈ, ਤੁਹਾਡੇ ਬੱਚਿਆਂ ਦੀ ਨੌਕਰੀ ਲੱਗ ਰਹੀ ਹੈ, ਤੁਹਾਡੇ ਸੁਪਨਾ ਕੋਈ ਪੂਰੀ ਹੋ ਰਹੀ ਹੈ। ਫਿਰ ਰੱਬ ਦੀ ਰਜ਼ਾ ਵਿੱਚ ਜੈ ਹੋ। ਰੱਬ ਵੀ ਆਪਣੀ ਰਜ਼ਾ ਉੱਥੋਂ ਤੱਕ ਹੀ ਰੱਖਦਾ ਜਦ ਤੁਸੀਂ ਰੱਬ ਦੇ ਬਣਾਏ ਜੀਵਾਂ ਦੀ ਰਜ਼ਾ ਰੱਖਦੇ ਆ। ਇੱਥੇ ਆ ਕੇ ਬੇਸ਼ੱਕ ਸੇਵਾ ਨਾ ਕਰੋ, ਕੁਛ ਨਾ ਚੜਾਓ, ਇੱਥੇ ਆ ਕੇ ਹਰਾ ਚਾਰਾ ਪਿਆ, ਇਹੀ ਚੱਕ ਕੇ ਇੱਕ ਵਾਰੀ ਖਿਲਾ ਕੇ ਦੇਖੋ ਆਪਣੇ ਹੱਥੇ ਨਾਲ। ਤੁਹਾਨੂੰ ਏਦਾਂ ਲੱਗਣਾ ਹੈ ਕਿ ਮੈਂ ਆਪਣੇ ਹੱਥੇ ਨਾਲ ਆਪਣੀ ਮਾਂ ਨੂੰ ਰੋਟੀ ਖਿਲਾ ਰਿਹਾ। ਮਾਂ ਮੰਨਣਾ ਔਰ ਮਾਂ ਦੀ ਸੇਵਾ ਕਰਨੇ 'ਚ ਬਹੁਤ ਅੰਤਰ ਹੈ, ਯਾਦ ਰੱਖਿਓ ਇਸ ਚੀਜ਼ ਨੂੰ। ਧਰਮ ਨੂੰ ਮੰਨਦੇ ਆ, ਮੈਂ ਨਹੀਂ ਕਹਿੰਦਾ ਕਿ ਸਿਰਫ ਹਿੰਦੂ ਧਰਮ ਹੋਵੇ, ਸਨਾਤਨ ਹੋਵੇ, ਮੈਂ ਚਾਹੇ ਉਹ ਸਿੱਖ ਭਰਾ ਹੋਵੇ, ਚਾਹੇ ਉਹ ਮੁਸਲਿਮ ਭਰਾ ਹੋਵੇ, ਚਾਹੇ ਉਹ ਕ੍ਰਿਸਚਨ ਹੋਵੇ, ਤੁਹਾਡਾ ਸਾਰਿਆਂ ਦਾ ਜਿਹੜਾ ਵੀ ਅਲੱਗ-ਅਲੱਗ ਧਰਮ ਹੋਵੇ, ਲੇਕਿਨ ਸਾਰਿਆਂ ਦੇ ਧਰਮਾਂ ਵਿੱਚ ਇੱਕ ਚੀਜ਼ ਕਾਮਨ ਹੈ, ਉਹ ਹੈ ਇਨਸਾਨੀਅਤ। ਚਾਹੁੰਦਾ ਕਿ ਪਲੀਜ਼ ਤੁਸੀਂ ਸਾਰੇ ਜ਼ਰੂਰ ਸਾਹਮਣੇ ਆਓ, ਸਾਥ ਦਿਓ। ਜਿਹੜੇ ਵੀ ਭੈਣ ਭਰਾ ਦੇਖ ਰਹੇ ਜ਼ਰੂਰ ਜੁੜੋ ਇਸ ਗੋਸ਼ਾਲਾ ਨਾਲ, ਜ਼ਰੂਰ ਜੁੜੋ ਇਸ ਸੰਸਥਾ ਨਾਲ, ਫਾਊਂਡੇਸ਼ਨ ਨਾਲ, ਤਾਂ ਕਿ ਜੋ ਇੱਥੇ ਅਸੀਂ ਮੁਹਿੰਮ ਛੜੀ ਹੋਈ ਹੈ ਸੇਵਾ ਦੀ, ਗੋ ਮਾਤਾ ਦੀ ਸੇਵਾ ਦੀ, ਉਹਨੂੰ ਸਾਕਾਰ ਕਰ ਪਾਈਏ। ਸਤਿ ਸ਼੍ਰੀ ਅਕਾਲ ਜੀ, ਜੈ ਬਾਬੇ ਦੀ। ਮੈਂ ਪ੍ਰਿੰਸ ਠਾਕੁਰ ਫਰੋਮ ਇੰਡੀਅਨ ਹੈਲਪਿੰਗ ਹੈਂਡਸ ਔਰ ਦੇਵ ਭੂਮੀ ਗੋ ਰਕਸ਼ਾ ਫਾਊਂਡੇਸ਼ਨ ਤੋਂ। ਮੈਂ ਅੱਜ ਦੀ ਵੀਡੀਓ ਉਹਨਾਂ ਸਾਰੇ ਭਰਾਵਾਂ ਨੂੰ, ਭੈਣਾਂ ਨੂੰ ਡੈਡੀਕੇਟ ਕਰਦਾ ਹੈ ਜਿਹੜੇ ਸੋਸ਼ਲ ਸਾਈਟਾਂ 'ਤੇ ਬੈਠ ਕੇ ਨਾ ਕਈ ਵਾਰੀ ਬਹੁਤ ਵਧੀਆ ਕਮੈਂਟ ਕਰਦੇ ਆ ਸਾਡੇ ਵਾਸਤੇ। ਹਾਲ ਹੀ 'ਚ ਮੈਨੂੰ ਕਿਸੇ ਦੀ ਇੱਕ ਭਰਾ ਨੇ, ਮੈਂ ਐਕਚੁਅਲੀ ਇੱਕ ਪੋਸਟ ਪਾਈ ਥੀ ਆਪਣੀ ਕਿ ਮੇਰਾ ਕੁੱਤਾ ਗਵਾਚ ਗਿਆ ਹੈ ਤੇ ਉਹਨੂੰ ਲੱਭਣੇ ਵਾਸਤੇ, ਤੇ ਕਿਸੇ ਭਰਾ ਨੇ ਮੇਰੇ ਨੇ ਬਹੁਤ ਪਿਆਰ ਨਾਲ ਮੈਨੂੰ ਇਹ ਲਿਖਿਆ था ਕਿ ਕੁੱਤਾ ਹੀ ਪਾਲ ਸਕਦੇ, ਤੁਸੀਂ ਕਦੀ ਗਾਂ ਵੀ ਪਾਲੀ ਹੈ। ਮੈਂ ਉਹਨੂੰ ਇਹ ਦੱਸਣਾ ਚਾਹੁੰਦਾ, ਇੱਕ ਤਾਂ ਉਹਨਾਂ ਬੰਦਿਆਂ ਨੂੰ, ਇੱਕ ਇੱਦਾਂ ਦੀ ਮਾਨਸਿਕਤਾ ਵਾਲੇ ਹਰ ਇੱਕ ਇਨਸਾਨ ਨੂੰ ਮੈਂ ਅੱਜ ਇੱਕ ਮੈਸੇਜ ਦੇਣਾ ਚਾਹੁੰਦਾ ਔਰ ਦੱਸਣਾ ਚਾਹੁੰਦਾ ਕਿ ਭਰਾ, ਜਿਸ ਲੈਵਲ ਪਰ ਅਸੀਂ ਪੁੱਜੇ ਵੇ ਨਾ, ਕਦੀ ਤੁਸੀਂ ਉਸ ਲੈਵਲ ਦੀ ਸੋਚ ਕੇ ਦੇਖਿਓ। ਪਹਿਲੀ ਗੱਲ ਤਾਂ ਹਰ ਕੋਈ ਸੋਸ਼ਲ ਮੀਡੀਆ 'ਤੇ ਬੈਠ ਕੇ ਤੁਸੀਂ ਨਾ ਬੜੀਆਂ ਗੱਲਾਂ ਜ਼ਰੂਰ ਕਰਦੇ ਆ ਦੇਵਤਾओं ਦੇ ਨਾਮ ਪਰ, ਮਾਤਾओं ਦੇ ਨਾਮ ਪਰ, ਔਰ ਕਈ ਇੱਦਾਂ ਦੀ ਧਾਰਮਿਕ ਚੀਜ਼ਾਂ ਦੇ ਨਾਮ ਪਰ, ਔਰ ਪਤਾ ਨਹੀਂ ਇਹਨਾਂ ਚੀਜ਼ਾਂ ਪਿੱਛੇ ਕਿੰਨੀਆਂ ਕੁ ਵੋਟਾਂ ਲਈਆਂ ਜਾਂਦੀਆਂ, ਕਿੰਨੀਆਂ ਕੁ ਰਾਜਨੀਤੀਆਂ ਕੀਤੀਆਂ ਜਾਂਦੀਆਂ। ਅੱਜ ਗੱਲ ਕਰਨਾ ਆ ਆਪਣੀ ਗੋਸ਼ਾਲਾ ਦੀ, ਦੇਵ ਭੂਮੀ ਗੋ ਰਕਸ਼ਾ ਫਾਊਂਡੇਸ਼ਨ। ਇਹ ਗੋਸ਼ਾਲਾ ਖੋਲ੍ਹੇ ਨੂੰ ਸਾਨੂੰ ਕਾਫੀ ਟਾਈਮ ਹੋ ਗਿਆ, ਉਹ ਲਗਭਗ ਸਾਲ ਦੇ ਆਸ-ਪਾਸ ਹੋ ਗਿਆ। ਔਰ ਇਸ ਗੋਸ਼ਾਲਾ ਨੂੰ ਅਸੀਂ ਕਿੱਦਾਂ ਖੜਾ ਕੀਤਾ ਹੈ ਅਸੀਂ ਹੀ ਜਾਣਦੇ ਆ, ਜਾਂ ਉਹ ਸਾਡੇ ਭੈਣ ਭਰਾ ਜਾਣਦੇ ਆ ਜਿਹੜੇ ਨਾਲ ਜੁੜੇ ਹੋਏ ਆ, ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਚਲਾਇਆ ਕਰਦੇ। ਇਹ ਗੋਸ਼ਾਲਾ ਜਿਹਦੀ ਕੈਪੈਸਿਟੀ ਮੁਸ਼ਕਿਲ ਨਾਲ 30 ਤੇ 35 ਹੈ, ਇੱਥੇ ਅਸੀਂ 70 ਗੋਵੰਸ਼ ਰੱਖਿਆ ਹੋਇਆ ਅੱਜ। ਔਰ 70 ਗੋਵੰਸ਼ ਰੱਖਣੇ ਦੇ ਬਾਅਦ ਇਹ ਐਦਾਂ ਦੀ ਗੱਲ ਨਹੀਂ ਹੈ ਕਿ ਇਹਨੂੰ ਅਸੀਂ ਕਿਸੇ ਬਿਜ਼ਨਸ ਦੇ ਤੌਰ ਪਰ ਚਲਾਇਆ ਕਰਦੇ। ਇਹ ਸਿਰਫ ਇੱਕ ਸੇਵਾ ਹੈ ਆਪਣੀ ਮਾਂ ਦੇ ਪ੍ਰਤੀ। ਤੁਸੀਂ ਸਾਰੇ ਮਾਂ ਮੰਨਦੇ ਹੋ ਗਊ ਮਾਤਾ ਨੂੰ? ਕਦੀ ਸੋਚਿਆ ਵੀ ਹੈ ਕਿ ਜੋ ਤੁਸੀਂ ਬੋਲਿਆ ਕਰਦੇ ਉਹਨੂੰ ਕਦੀ ਆਪਣੇ ਜੀਵਨ ਵਿੱਚ ਉਤਾਰਿਆ ਹੈ, ਕਰਕੇ ਦੇਖਿਆ ਉਸ ਚੀਜ਼ ਨੂੰ ਕਦੀ? ਮਾਂ ਮੰਨਣਾ ਔਰ ਮਾਂ ਨੂੰ ਆਪਣੇ ਨਾਲ ਰੱਖਣਾ, ਉਹਦੀ ਸੇਵਾ ਕਰਨਾ ਬਹੁਤ ਜ਼ਮੀਨ ਆਸਮਾਨ ਦਾ ਫਰਕ ਹੈ। ਸੋਸ਼ਲ ਮੀਡੀਆ ਪਰ ਬੈਠ ਕੇ ਬੜੀਆਂ ਗੱਲਾਂ ਹੋ ਜਾਂਦੀਆਂ ਸਰ ਕਿ ਅਸੀਂ ਮਾਂ ਮੰਨਦੇ ਆ, ਜਾਂ ਫਿਰ ਗੋ ਮਾਤਾ ਕੀ ਜੈ, ਫਲਾਣਾ ਟਿਮਕਾ, ਬੜੇ ਨਾਰੇ ਲੱਗ ਜਾਂਦੇ ਆ, ਲੇਕਿਨ ਉਸ ਨਾਰੇ ਨੂੰ ਸਾਕਾਰ ਕਰਨਾ ਹੁੰਦਾ ਜਦ ਤੁਸੀਂ ਅਸਲ 'ਚ ਰਿਅਲਟੀ 'ਚ ਗਰਾਊਂਡ ਲੈਵਲ ਦੀ ਸੇਵਾ ਕਰਦੇ ਆ, ਉਹਨਾਂ ਜੀਵਾਂ ਦੀ, ਉਹਨਾਂ ਮਾਤਾਵਾਂ ਦੀ। ਸਾਡੇ ਕੋਲ ਕਮ ਸੇ ਕਮ ਵੀ ਸਾਡੀ ਦੇਵ ਭੂਮੀ ਗੋ ਰਕਸ਼ਾ ਫਾਊਂਡੇਸ਼ਨ ਵਿੱਚ 70 ਦੇ ਆਸ-ਪਾਸ ਗੋਵੰਸ਼ ਹੈ, ਔਰ ਮੈਂ ਤੁਹਾਨੂੰ ਦਿਖਾਣਾ ਹੈ, ਉਹਨਾਂ ਦੀ ਹਾਲਤ ਦਿਖਾਣਾ ਹੈ ਕਿ ਕਿਸ ਲੈਵਲ ਦੀ ਅਸੀਂ ਜੋ ਹੈ ਉਹਨਾਂ ਨੂੰ ਟ੍ਰੀਟਮੈਂਟ ਵਗੈਰਾ ਦਿੰਦੇ ਆ। ਆ ਇੱਕ ਗੋ ਮਾਤਾ ਹੈ, ਇਹਨਾਂ ਦੀ ਹਾਲਤ ਇੰਨੀ ਬੁਰੀ ਸੀ, ਰੋਡ ਪਰ ਐਕਸੀਡੈਂਟ ਹੋਇਆ ਪਿਆ था ਇਹਨਾਂ ਦਾ, ਕਿਸੇ ਨੇ ਹੱਥ ਨਹੀਂ ਲਾਇਆ, ਫੋਨ ਆਇਆ, ਸਾਡੀ ਟੀਮ ਗਈ, ਉਹਨਾਂ ਨੇ ਚੱਕਿਆ, ਹੁਣ ਇਹ ਬਿਲਕੁਲ ਠੀਕ ਹੈ। ਔਰ ਹਰ ਹਫਤੇ ਦੀ ਡਾਕਟਰ ਦੀ ਵਿਜ਼ਿਟ ਹੈ, 2 ਤੇ 3 ਵਾਰ ਹਫਤੇ ਵਿੱਚ।
ਆ ਗਊ ਮਾਤਾ ਹੈ, ਕਿਸੇ ਨੇ ਆਪਣੇ ਖੇਤੇ ਵਿੱਚੋਂ ਇਹਨਾਂ ਦੇ ਪੈਰੇ ਪਰ ਕੋਈ ਨੁਕੀਲੀ ਚੀਜ਼ ਮਰੀ, ਡਾਟ ਮਾਰਿਆ, ਪੈਰ ਦਾ ਵੱਢਤਾ ਥਾ। ਆ ਗਊ ਮਾਤਾ ਦਾ ਇਲਾਜ ਵੀ ਇਸੀ ਗਊਸ਼ਾਲਾ ਵਿੱਚ ਹੋਇਆ ਹੈ ਔਰ ਅੱਜ ਬਿਲਕੁਲ ਠੀਕ ਹੈ, ਵਧੀਆ ਇੱਥੇ ਟ੍ਰੀਟਮੈਂਟ ਚੱਲ ਰਿਹਾ ਇਹਨਾਂ ਦਾ। ਆ ਗਊਵੰਸ਼ ਦੇਖ ਰਹੇ ਹੋ ਤੁਸੀਂ, ਆ ਦੋ ਗਊਵੰਸ਼, ਇਹ ਇੰਨੇ ਕੁ ਕਮਜ਼ੋਰ ਸੜਕਾਂ ਪਰ ਪਾਏ ਗਏ, ਤੁਸੀਂ ਹਾਲਤ ਦੇਖ ਕੇ ਦੇਖ ਸਕਦੇ ਹੋ ਕਿ ਇਹਨਾਂ ਨੂੰ ਖਾਣੇ ਤੱਕ ਦੀ ਇੰਨੀ ਦਿੱਕਤ ਹੋ ਗਈ ਸੀ, ਚਾਰੇ ਦੀ ਕੁਛ ਨਹੀਂ ਥਾ ਇਹਨਾਂ ਦੇ ਪੱਲੇ। ਇਹਨਾਂ ਨੂੰ ਲੈ ਕੇ ਇੱਥੇ ਆਏ ਅਸੀਂ ਸਿਰਫ ਇਸ ਕਰਕੇ ਕਿ ਇਹਨਾਂ ਨੂੰ ਸਹੀ ਤਰੀਕੇ ਨਾਲ ਦਵਾਈਆਂ ਮਿਲ ਸਕਣ, ਇਹਨਾਂ ਦਾ ਇਲਾਜ ਹੋ ਪਾਵੇ, ਇਹ ਆਪਣੇ ਪੈਰਾਂ ਪਰ ਦੁਬਾਰਾ ਤੇ ਖੜੇ ਹੋ ਪਾਣ। ਤੁਹਾਨੂੰ ਪਤਾ ਹੈ ਕਿ ਗਊ ਮਾਤਾਵਾਂ ਦੀ ਇੱਕ ਬਹੁਤ ਬੜੀ ਕਮਜ਼ੋਰੀ ਇਹ ਹੈ ਕਿ ਬਹੁਤ ਛੇਤੀ ਅਗਰ ਉਹਨਾਂ ਨੂੰ ਕੈਲਸ਼ੀਅਮ ਦੀ ਕਮੀ ਬੜੀ ਛੇਤੀ ਹੁੰਦੀ ਹੈ ਔਰ ਫਿਰ ਉਹ ਬਹਿ ਜਾਂਦੇ, ਫਿਰ ਖੜਾ ਕਰਨਾ ਔਖਾ ਹੁੰਦਾ ਹੈ। ਅਗਰ ਟਾਈਮ ਰਹਿੰਦੇ ਇਹਨਾਂ ਨੂੰ ਨਾ ਚੱਕਦੇ ਨਾ ਕਿਸੇ ਸੜਕ ਦੇ ਕੰਢੇ, ਬਦਬੂ ਹੁੰਦਾ, ਇਹਨਾਂ ਦਾ ਸਰੀਰ ਮਾਰਿਆ ਕਰਦਾ। ਔਰ ਅਸੀਂ ਕਿਸੇ ਨਾ ਕਿਸੇ ਤੁਹਾਡੇ ਵਰਗੇ ਭਰਾਵਾ बैठ के भाई भैन बैठ के यही नारे लाने थे, माता को देखा नहीं जाता है, गौ माता के नाम पे वोट मांगी जाती है। सर मन्निया कि गवर्नमेंट अपने लेवल पर काम कर रही है, गवर्नमेंट अपने लेवल पर उन्ना की कर रही है जिन्ना को हो पा रहा है या जिन्ना को ਉਹਨਾਂ ਦੇ ਅੰਡਰ ਆ ਰਿਹਾ ਹੈ। ਲੇਕਿਨ ਅਸੀਂ ਜਦ ਬੈਠ ਕੇ ਇਹ ਗੱਲਾਂ ਕਰਦੇ ਆ ਕਿ ਗਵਰਨਮੈਂਟ ਨਹੀਂ ਕਰ ਰਹੀ ਹੈ ਕੁਝ ਫਲਾਣਾ ਟਿਮਕਾ, ਤੁਹਾਡਾ ਆਪਣਾ ਫਰਜ਼ ਨਹੀਂ ਬਣਦਾ ਗਿਆ ਕਿ ਤੁਸੀਂ, ਤੁਹਾਡੇ ਵਾਸਤੇ ਉਹ ਦੇਵਤਾ ਨਹੀਂ ਹੈ, ਤੁਹਾਡੇ ਵਾਸਤੇ ਉਹ ਮਾਤਾ ਨਹੀਂ ਹੈ। ਜਦ ਤੁਸੀਂ ਮੰਨਦੇ ਆ ਦਿਲੋਂ ਕਿ ਉਹ ਮਾਤਾ ਹੈ ਤਾਂ ਆਪ ਕਿਉਂ ਨਹੀਂ ਮੋਹਰਾ ਆਂਦੇ ਕਰਨੇ ਨੂੰ, ਆਪ ਆਓ ਨਾ ਮੋਹਰੇ। ਸਾਡੀ ਹੁਣ ਜਿਹੜੀ ਸੰਸਥਾ ਹੈ ਦੇਵਭੂਮੀ ਗੋਰਖਸ਼ਾ ਫਾਊਂਡੇਸ਼ਨ, ਇਹਦੇ ਵਿੱਚ ਵੋਲੰਟੀਅਰਸ ਰਾਤ ਬਰਾਤ ਹੈ, ਬਸ ਉਹਨਾਂ ਨੂੰ ਕੋਈ ਤਨਖਾਹ ਨਹੀਂ ਲੱਗੀ ਹੋਈ, ਉਹਨਾਂ ਨੂੰ ਬਸ ਫੋਨ ਜਾਂਦਾ ਹੈ ਕਿ ਫਲਾਣੀ ਜਗ੍ਹਾ ਗੋ ਮਾਤਾ ਪਈ ਹੋਈ ਹੈ, ਫਲਾਣੀ ਜਗ੍ਹਾ ਗੋਵੰਸ਼ ਪਿਆ ਹੋਇਆ ਹੈ, ਆ ਕੇ ਚੱਕ ਲਓ। ਫੋਨ ਕਰਨੇ ਵਾਲੇ ਵੀ ਆਪ ਜ਼ਿੰਮੇਵਾਰੀ ਨਹੀਂ ਲੈਂਦੇ, ਕਈ ਵਾਰੀ ਉਹ ਸਿਰਫ ਫੋਨ ਕਰ ਦਿੰਦੇ। ਉਹ ਸਮਝਦੇ ਕਿ ਪਤਾ ਨਹੀਂ ਸਾਡੀ ਸਰਕਾਰੀ ਤਨਖਾਹ ਲੱਗੀ ਹੋਈ ਹੈ, ਸਾਡੀ ਡਿਊਟੀ ਤਾਂ ਸਾਡੀ ਰੱਬ ਨੇ ਲਾਈ ਹੈ, ਕ੍ਰਿਸ਼ਨ ਭਗਵਾਨ ਨੇ ਲਾਈ, ਉਹ ਅਸੀਂ ਤਾਂ ਕਰਨੀ ਕਰਨੀ ਹੈ। ਲੇਕਿਨ ਮੈਂ ਚਾਹੁੰਦਾ ਕਿ ਪਲੀਜ਼ ਤੁਸੀਂ ਵੀ ਕਦੀ ਅਕਲ ਨੂੰ ਹੱਥ ਮਾਰੋ, ਕਦੀ ਨਾਲ ਆਓ, ਸਾਹਮਣੇ ਆਓ। ਆਹ ਸ਼ੈੱਡ ਦੇਖ ਰਹੇ ਹੋ ਤੁਸੀਂ ਜਿਹੜੀ ਪਈ ਹੈ, ਜਿਸ ਵੇਲੇ ਸਰਦੀਆਂ ਵਿੱਚ ਸਾਡੇ ਕੋਲ ਸਿਰਫ ਉਹ ਇੱਕ ਕਮਰਾ ਹੁੰਦਾ ਥਾ, ਉਸ ਇੱਕ ਕਮਰੇ ਵਿੱਚ ਹੀ ਕਮ ਸੇ ਕਮ ਵੀ 50-60 ਗੋਵੰਸ਼ ਥਾ। ਉਸ ਵੇਲੇ ਪੂਰਾ ਗੋਵੰਸ਼ ਉੱਥਾ ਆਉਂਦਾ ਨਹੀਂ ਥਾ, ਅੱਧਾ ਗੋਵੰਸ਼ ਸਾਨੂੰ ਬਾਹਰ ਬੰਨਣਾ ਪੈਂਦਾ ਥਾ। ਇਹ ਵੀ ਪਤਾ ਨਹੀਂ ਕਿੱਦਾਂ ਕੁਝ ਸੇਵਾਦਾਰਾਂ ਦੇ ਨਾਲ ਜੁੜ ਕੇ ਬੜੀ ਮਿੰਨਤਾਂ ਨਾਲ ਇਹ ਸ਼ੈੱਡ ਪਈ ਹੈ। ਹਾਲਾਂਕਿ ਇਹਦਾ ਅਸੀਂ ਪੂਰਾ ਜੋ ਹੈ ਦੁਕਾਨਦਾਰ ਨੂੰ ਪੈਸਾ ਦਿੱਤਾ ਨਹੀਂ ਹੈ, ਲੇਕਿਨ ਫਿਰ ਵੀ ਕਈ ਆਪਣੇ ਭੈਣ ਭਰਾ ਇੱਦਾਂ ਦੇ ਆ ਜਿਹੜੇ ਦਿਲ ਪਰ ਵਿਚਾਰੇ ਇੰਨੇ ਖਰੇ ਆ ਦਿਲ ਦੇ, ਜੋ ਹਰ ਮਹੀਨੇ ਕੁਛ ਨਾ ਕੁਛ ਸੇਵਾ ਪਾ ਰਹੇ ਆ ਤਾਂ ਕਿ ਗੋਵੰਸ਼ ਦਾ ਸੰਰਕਸ਼ਣ ਹੋ ਪਾਵੇ। ਔਰ ਇਹ ਚੀਜ਼ ਇੱਥੇ ਨਹੀਂ ਰੁਕੀ ਆ, ਅਸੀਂ ਇੱਥੇ ਨਹੀਂ ਰੁਕੇ। ਸਾਡੀ ਗੋਸ਼ਾਲਾ ਇੱਕ ਇੱਦਾਂ ਦੀ ਗੋਸ਼ਾਲਾ ਹੈ ਪੂਰੇ ਹਿਮਾਚਲ 'ਚ। ਮੈਂ ਇਹ ਕਹਿੰਦਾ ਚੀਜ਼ और डंके चोट पे कहता कि देवभूमि गौशाला कहते गौशाला है कि जो काउंट ही नहीं करती है कि साढ़े को कितना गोवंश आ रहा है, जो सोचती ही नहीं है कि कोई नवा गोवंश आया उन्होंने असीं किद्दां रखना, असीं बस ले आंदे। क्योंकि सानू पता है इधर उधर मिन्नतां करने ते पता नहीं किन्नियां कि पंचायतां दे होर किन्नियां गौशालाएं ਚੱਲਿਆ ਕਰਦੀਆਂ। ਉਹ ਵੀ ਅਸੀਂ ਸਾਡੀ ਗੋਸ਼ਾਲਾ ਦੇ ਜਿਹੜਾ ਨਿਰਮਾਣ ਹੋਇਆ ਥਾ ਉਹਦੇ ਨਾਲ ਅਸੀਂ ਹੋਰ ਗੋਸ਼ਾਲਾ ਡੀਸੀ ਸਾਹਿਬ ਨੂੰ ਬੋਲ ਕੇ ਉਹ ਚਲਵਾਈਆਂ ਥੀਆਂ, ਉਹ ਗੋਸ਼ਾਲਾ ਖੜੀਆਂ ਕੀਤੀਆਂ ਜਿਹੜੀਆਂ ਡੈੱਡ ਪਈਆਂ ਹੋਈਆਂ। ਔਰ ਉਹਨਾਂ ਗੋਸ਼ਾਲਾ 'ਚ ਅੱਜ ਵੀ ਅਗਰ ਤੁਸੀਂ ਕੋਈ ਗੋਵੰਸ਼ ਭੇਜਦੇ ਆ ਉੱਥੇ 100 ਬਹਾਨੇ ਹੁੰਦੇ ਆ। ਔਰ ਇੱਕ ਤਾਂ ਉਹਨਾਂ ਉੱਥੇ ਮੈਨ ਪਾਵਰ ਵੀ ਉਨੀ ਕੁ ਹੈ। ਦੇਵਭੂਮੀ ਗੋਸ਼ਾਲਾ 'ਚ 3 ਮੈਨ ਪਾਵਰਾਂ ਰੱਖੀਆਂ ਹੋਈਆਂ ਅਸੀਂ, ਔਰ ਉਹਨਾਂ ਨੂੰ ਵੀ ਅਸੀਂ ਪੱਲੇ ਤੇ ਜਾਂ ਸੇਵਾ ਦੇ ਥਰੂ ਹੀ ਜੋ ਹੈ ਪੈਸਾ ਮਿਲ ਰਿਹਾ ਹੈ, ਤਨਖਾਹ ਮਿਲ ਰਹੀ ਹੈ, ਉਹ ਵੀ ਤੁਹਾਡੇ ਰਾਹੀਂ ਆਉਂਦੀ ਹੈ। ਕਈ ਵਾਰ ਉਹ ਲੇਟ ਵੀ ਹੋ ਜਾਂਦੀ ਹੈ, ਲੇਕਿਨ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਮੈਨੇਜ ਕਰਨਾ ਪੈਂਦਾ ਹੈ। ਹੋਰ ਤੁਹਾਨੂੰ ਇੱਕ ਚੀਜ਼ ਦੱਸਦਾ, ਜਿਹੜੇ ਮੇਰੇ ਭੈਣ ਭਰਾ ਕਹਿੰਦੇ ਨੇ ਕਿ ਅਸੀਂ ਕਰ ਕਿਆ ਰਹੇ, ਆਹ ਦੇਖ ਲਓ ਤੁਸੀਂ ਨੰਦੀ ਛੋਟਾ ਜਿਹਾ ਪੈਰ ਇਹਦਾ ਟੁੱਟਿਆ ਪਿਆ। ਇਸ ਨੰਦੀ ਦੀ ਉਹ ਹਾਲਤ ਸੀ ਸੜਕ ਦੇ ਉੱਪਰ, ਇਸ ਨੰਦੀ ਦਾ ਪੈਰ ਪੂਰਾ ਕੱਟਿਆ ਹੋਇਆ ਥਾ। ਸਾਨੂੰ ਵੀ ਇਹਦਾ ਆਪਰੇਟ ਕਰਾਉਣਾ ਪਿਆ ਕਿਉਂਕਿ ਇਹ ਛੋਟਾ ਹੈ, ਹਲਾ ਇਹਦਾ ਪੈਰ ਦੁਬਾਰਤੀਆਂ ਜੁੜ ਸਕਦਾ ਹੈ। ਇਹ ਅਸੀਂ ਉਮੀਦ ਨਾਲ ਇਹਦਾ ਆਪਰੇਟ ਕਰਾਇਆ, ਵਿੱਚੇ ਤੇ ਖਰਾਬ ਹੱਡੀ ਨਿਕਾਲੀ, ਫਿਰ ਹੋਰ ਪੈਰ ਪੂਰਾ ਜੋ ਹੱਡੀ ਤੋੜ ਕੇ ਦੁਬਾਰਤੀਆਂ ਜੋੜੀ ਗਈ ਹੈ। ਹੁਣ ਇਹਦਾ ਪਲਸਤਰ ਹੋਇਆ ਪਿਆ ਹੈ। ਅਗਰ ਕੋਈ ਸਾਡੇ ਵਰਗੀ ਸੰਸਥਾ ਨਾ ਹੁੰਦੀ, ਸਾਡੇ ਵਰਗੇ ਜਿਹੜੇ ਸਾਡੇ ਵੋਲੰਟੀਅਰਸ ਹੈ, ਸਾਡੇ ਭੈਣ ਭਰਾ ਜਿਹੜੇ ਸੇਵਾ ਨਾਲ ਜੁੜੇ ਹੋਏ ਆ, ਅਗਰ ਉਹ ਨਾ ਹੁੰਦੇ ਤਾਂ ਅੱਜ ਸ਼ਾਇਦ ਕਿਤੇ ਇਹ ਨੰਦੀ ਵੀ ਵਿਚਾਰਾ ਸੜਕਾਂ ਕੰਢੇ ਸੜਿਆ ਹੁੰਦਾ ਕਰਦਾ। ਤੁਹਾਨੂੰ ਮੈਂ और गौ माता दिखाना है, आओ जरा इधर। आज सड़क पर गोवंश ਪਿਆ ਹੋਇਆ था। आज ਤੁਸੀਂ ਦੇਖ ਰਹੇ ਹੋ ਅੱਗੇ ਮਾਤਾ, ਇਹ ਮਾਤਾ ਗਰਭਵਤੀ ਥੀ ਜਿਹੜੇ ਸੜਕ ਪਰ ਪਈ ਹੋਈ ਥੀ। ਇਹ ਮਾਤਾ ਨੂੰ ਉੱਥੇ ਤੇ ਚੱਕਿਆ ਔਰ ਇੱਥੇ ਆ ਕੇ ਇਹਨਾਂ ਦੀ ਜੋ ਹੈ ਇਹਨਾਂ ਨੇ ਜਨਮ ਦਿੱਤਾ ਬੱਚੇ ਨੂੰ, ਬਛੜੇ ਨੂੰ। ਔਰ ਇਸ ਬਿੱਲੇ ਉਹ ਇਸੀ ਗੋਵੰਸ਼ ਅੰਦਰ ਬੰਨਿਆ ਹੋਇਆ, ਤੁਸੀਂ ਫੋਟੋਆਂ ਦੇਖ ਰਹੇ ਹੋਣੇ ਨਾਲ ਉਹਨਾਂ ਦੀਆਂ। ਆ ਇੱਕ ਗੋ ਮਾਤਾ ਹੈ, ਆ ਇੱਕ ਗੋ ਮਾਤਾ ਹੈ। ਆ ਗੋ ਮਾਤਾ ਦਾ ਜੋ ਹੈ ਪ੍ਰਸਵ ਹੋ ਗਿਆ था ਸੜਕ ਦੇ ਉੱਪਰ ਹੀ, ਔਰ ਸੜਕ ਦੇ ਉੱਪਰ ਹੀ ਨਹੀਂ ਬੱਚਾ ਦਿੱਤਾ था, ਲੇਕਿਨ ਉਹ ਬੱਚੇ ਨੂੰ ਕੁੱਤੇ ਖਾ ਗਏ। ਇਹ ਹਾਲ ਹੁੰਦਾ ਹੈ ਜਦੋਂ ਤੁਸੀਂ ਆਪਣੇ ਗੋਵੰਸ਼ ਨੂੰ, ਆਪਣੀ ਗਾਈਆਂ ਨੂੰ ਬੇਸਹਾਰਾ ਛੱਡ ਦਿੰਦੇ ਆ। ਕਈ ਤਾਂ ਟੈਗ ਲੱਗੀਆਂ ਸਾਨੂੰ ਮਿਲਦੀਆਂ ਜਿਨ੍ਹਾਂ ਦੇ ਉੱਪਰ ਕਾਰਵਾਈ ਚੱਲ ਰਹੀ ਹੈ, ਔਰ ਚੱਲਣੀ ਵੀ ਚਾਹੀਦੀ ਹੈ। ਕਿਉਂਕਿ ਲੋਕੀ ਸਿਰਫ ਨਾ ਇੱਕ ਮਤਲਬ ਵਾਸਤੇ ਗਾय ਮਾਤਾ ਨੂੰ ਪਾਲਦੇ ਆ। ਉਹ ਸੋਚਦੇ ਆ ਕਿ ਹਾਂ ਦੁੱਧ ਦੇ ਰਹੀ ਹੈ ਜਦ ਤੱਕ ਠੀਕ ਹੈ, ਲੇਕਿਨ ਜਦ ਉਹ ਦੁੱਧ ਦੇਣਾ ਬੰਦ ਕਰ ਦਿੰਦੀ ਹੈ ਤਾਂ ਉਹ ਸੜਕਾਂ ਪਰ ਛੱਡ ਦਿੰਦੇ ਆ। ਮੈਨੂੰ ਇੱਕ ਗੱਲ ਦੱਸੋ ਯਾਰ, ਤੁਹਾਡੀ ਮਾਂ ਨੇ ਤੁਹਾਨੂੰ ਪਾਲਿਆ, ਤੁਹਾਡੀ ਮਾਂ ਨੇ ਤੁਹਾਨੂੰ ਜੰਮਿਆ, ਤੁਹਾਡੀ ਮਾਂ ਨੇ ਤੁਹਾਨੂੰ ਦੁੱਧ ਪਿਲਾਇਆ, ਜਦ ਤੁਹਾਡੀ ਮਾਂ ਨੇ ਦੁੱਧ ਦੇਣਾ ਤੁਹਾਨੂੰ ਬੰਦ ਕਰ ਦਿੱਤਾ, ਤੁਸੀਂ ਮਾਂ ਘਰ ਤੇ ਨਿਕਾਲ ਦਿੰਦੇ ਆ। ਇਹ ਹਾਲ ਹੈ ਲੋਕਾਂ ਦੇ। ਔਰ ਲੋਕੀ ਫਿਰ ਵੀ ਸੁਧਰਦੇ ਨਹੀਂ ਹੈ, ਲੋਕੀ ਫਿਰ ਵੀ ਇਹ ਬਸ ਕਮੈਂਟਾਂ ਕਰਨੇ ਜੋਗੇ ਰਹਿੰਦੇ ਆ।
ਤੁਸੀਂ ਇੰਨਾ ਹੀ ਮੰਨਦੇ ਆ ਤਾਂ ਮੈਂ ਮੇਰੇ ਕਈ ਭੈਣ ਭਰਾ ਜਿਹੜੇ ਹਮੇਸ਼ਾ ਕਹਿੰਦੇ ਰਹਿੰਦੇ, ਮੈਨੂੰ ਪੁੱਛਦੇ ਵੀ ਰਹਿੰਦੇ ਆ ਕਿ ਸਾਨੂੰ ਸਹੀ ਥਾਂ ਦੱਸੋ ਸੇਵਾ ਦੀ, ਸਾਨੂੰ ਸਹੀ ਜਗ੍ਹਾ ਦੱਸੋ, ਸਾਨੂੰ ਹੀ ਨਹੀਂ ਪਤਾ ਅਸੀਂ ਕਿੱਥੇ ਕਰੀਏ, ਜਾਂ ਅਸੀਂ ਪਾਲ ਨਹੀਂ ਸਕਦੇ, ਅਸੀਂ ਤਾਂ ਫਲਾਣੀ ਨੌਕਰੀ ਕਰਦੇ ਆ, ਸਾਡੇ ਕੋਲ ਟਾਈਮ ਨਹੀਂ ਹੈ, ਅਸੀਂ ਗੋ ਸੇਵਾ ਕਰ ਹੀ ਨਹੀਂ ਸਕਦੇ। ਕਿਉਂ ਨਹੀਂ ਕਰ ਸਕਦੇ? ਤੁਸੀਂ ਗੋ ਸੇਵਾ, ਰੱਬ ਨੇ ਤੁਹਾਨੂੰ ਇੰਨੀ ਖਰੀ ਕੁਰਸੀ ਬਖਸ਼ੀ ਹੈ, ਰੱਬ ਨੇ ਤੁਹਾਨੂੰ ਇੰਨੀ ਖਰੀ ਥਾਂ ਤੇ ਰੱਖਿਆ ਹੋਇਆ ਹੈ। ਤੁਸੀਂ ਚਾਹੋ ਨਾ, ਦਿਲ ਅਗਰ ਹੋਵੇ ਨਾ ਤਾਂ ਇਨਸਾਨ ਸਭ ਕੁਝ ਕਰ ਸਕਦਾ। ਆ ਐਡੀ ਵੱਡੀ ਗੋਸ਼ਾਲਾ ਖੁੱਲੀ ਹੋਈ ਹੈ, ਇੱਥੇ ਸਾਨੂੰ ਕਿੰਨੀਆਂ ਕੁ ਦਿੱਕਤਾਂ ਹੈ ਇਹ ਅਸੀਂ ਹੀ ਜਾਣਦੇ ਆ, ਔਰ ਸਾਨੂੰ ਹੀ ਪਤਾ ਹੈ ਕਿ ਅਸੀਂ ਪੱਲੋਂ ਲਾ ਕੇ ਇਸ ਗੋਸ਼ਾਲਾ ਨੂੰ ਕਿੱਦਾਂ ਖੜਾ ਕੀਤਾ ਹੈ ਔਰ ਕਿੱਦਾਂ ਅੱਗੇ ਕਰ ਰਹੇ ਆ। ਖੈਰ ਅਸੀਂ ਤਾਂ ਕੌਣ ਹੁੰਦੇ ਆ, ਕਰਾ ਰੱਬ ਰਿਹਾ, ਲੇਕਿਨ ਜੋ ਕਰਾ ਰਿਹਾ ਬਹੁਤ ਸਹੀ ਕਰਾ ਰਿਹਾ ਹੈ। ਆਹ ਤੁਸੀਂ ਤਾਲ ਦੇਖ ਰਹੇ ਹੋ ਤੂੜੀ ਦਾ, ਆਹ ਤੂੜੀ ਮੈਂ ਕਹਿੰਦਾ ਮੁਸ਼ਕਿਲ ਤੇ 3 ਦਿਨ ਦੀ ਹੋਣੀ ਹੈ ਸਾਡੇ ਵਾਸਤੇ, ਲੇਕਿਨ ਆਹ 3 ਤੇ 4 ਦਿਨ ਦੀ ਤੂੜੀ ਹੈ। ਮੈਨੂੰ ਇੱਕ ਗੱਲ ਤੁਸੀਂ ਦੱਸ ਦਿਓ ਕਿ ਇਹ ਮੁੱਕ ਜਾਣੀ ਹੈ, ਫਿਰ ਤੋਂ ਬਾਅਦ ਆਣੀ ਕਿੱਥੋਂ ਹੈ? ਸਾਡੇ ਕੋਲ ਕੋਈ ਫੈਕਟਰੀ ਤਾਂ ਲੱਗੀ ਨਹੀਂ ਹੋਈ ਤੂੜੀ ਦੀ, ਜੋ ਆਂਦੀ ਤੁਹਾਡੇ ਰਾਹੀਂ ਆਂਦੀ ਹੈ, ਤੁਹਾਡੇ ਸਹਿਯੋਗ ਨਾਲ ਆਂਦੀ ਹੈ। ਜੇ ਤੁਹਾਡੇ ਵਰਗੇ ਭਰਾ ਜਿਹੜੇ ਸਿਰਫ ਬੈਠ ਕੇ ਕਮੈਂਟਾਂ ਕਰਦੇ ਨੇ, ਮੈਂ ਚਾਹੁੰਦਾ ਕਿ ਤੁਸੀਂ ਅਗਰ ਮਹੀਨੇ ਦਾ 50 ਰੁਪਏ ਵੀ ਪਾਓ ਨਾ ਇਸ ਸੰਸਥਾ ਵਿੱਚ, ਤਾਂ ਕਮ ਸੇ ਕਮ ਕਈ ਗੋਵੰਸ਼ ਨੂੰ ਖਾਣੇ ਪੀਣੇ ਨੂੰ ਤੂੜੀ ਦਾ ਜਾਂ ਫਿਰ ਭੋਗ ਦਾ ਉਹਨਾਂ ਚਾਰੇ ਦੀ ਵਿਵਸਥਾ ਹੋ ਜਾਣੀ ਹੈ। ਸਰਕਾਰ ਦਿੰਦੀ ਹੈ। ਕਈ ਮੇਰੇ ਭੈਣ ਭਰਾ ਨਾ ਸੋਸ਼ਲ ਮੀਡੀਆ ਪਰ ਸਵਾਲ ਚੱਕਦੇ ਕਿ ਅੱਛਾ ਸਰਕਾਰ ਦਿਆ ਤਾਂ ਕਰਦੀ, ਸਰਕਾਰ ਭਾਈ ਸਾਹਿਬ ਅਗਰ ਇੰਨਾ ਹੀ ਫਾਇਦਾ ਹੈ ਨਾ, ਤੁਸੀਂ ਖੋਲ ਕੇ ਬੈਠ ਜਾਓ ਆਪਣੇ ਘਰੀ ਗੋਸ਼ਾਲਾ। ਸਰਕਾਰ ਦਿੰਦੀ ਇੱਕ ਗੋਵੰਸ਼ ਦਾ ਸਿਰਫ 700 ਰੁਪਇਆ, 700 ਰੁਪਇਆ ਮਹੀਨਾ ਭਰਦਾ। ਤੁਸੀਂ ਇਹ ਸੋਚ ਲਓ, ਤੁਸੀਂ ਮੈਂ ਤੁਹਾਨੂੰ 700 ਰੁਪਏ ਦਿੰਦਾ, ਤੁਸੀਂ ਆਪਣੇ ਘਰ ਹੀ ਬਛੜਾ ਬੰਨ ਲਓ, ਉਹਨੂੰ 700 ਰੁਪਏ 'ਚ ਕਿਆ ਖਿਲਾਉਂਗਾ ਮੈਂ ਦੇਖਦਾ ਹੈ। ਐਦਾਂ ਨਹੀਂ ਚੱਲਦੀਆਂ ਗੋਸ਼ਾਲਾਵਾਂ, ਔਰ ਐਦਾਂ ਨਹੀਂ ਗੋ ਭਗਤ ਬਣਿਆ ਜਾਂਦਾ ਹੈ। ਅਗਰ ਮੰਨਿਆ ਹੈ ਦਿਲੋਂ ਨਾ, ਤਾਂ ਇਹ ਸਭ ਚੀਜ਼ਾਂ ਛੱਡ ਕੇ ਸਾਹਮਣੇ ਸੇਵਾ ਵਾਸਤੇ ਆਓ, ਉਹਨਾਂ ਦੀ ਆਪਣੇ ਪੱਲੋਂ ਵੀ ਕੁਝ ਲਾਓ। ਰੱਬ ਨੇ ਸ਼ੁਕਰ ਰੱਖਿਆ ਤੁਹਾਡੇ ਉੱਪਰ ਕਿ ਤੁਸੀਂ ਬੜੀਆਂ ਵਧੀਆ ਜੌਬ ਕਰ ਰਹੇ ਹੋ, ਜਾਂ ਵਧੀਆ ਪੈਸਾ ਕਮਾ ਰਹੇ ਹੋ, ਜਾਂ ਵਧੀਆ ਨੌਕਰੀ ਹੈ, ਤੁਹਾਡੇ ਬੱਚਿਆਂ ਦੀ ਨੌਕਰੀ ਲੱਗ ਰਹੀ ਹੈ, ਤੁਹਾਡੇ ਸੁਖਣਾ ਕੋਈ ਪੂਰੀ ਹੋ ਰਹੀ ਹੈ, ਜਾਂ ਫਿਰ ਬਹੁਤ ਸਹੀ ਉਹਨਾਂ ਨੂੰ ਘਰ ਪਰਿਵਾਰ ਮਿਲਿਆ ਹੈ। ਇਹ ਰੱਬ ਦੀ ਰਜ਼ਾ ਵਿੱਚ ਹੈ ਉਹ, ਔਰ ਰੱਬ ਵੀ ਆਪਣੀ ਰਜ਼ਾ ਉੱਥੋਂ ਤੱਕ ਹੀ ਰੱਖਦਾ ਜਦ ਤੁਸੀਂ ਰੱਬ ਦੇ ਬਣਾਏ ਜੀਵਾਂ ਦੀ ਰਜ਼ਾ ਰੱਖਦੇ ਹੈ। ਅੱਜ ਸਾਡੀ ਗੋਸ਼ਾਲਾ ਵਿੱਚ ਤੂੜੀ ਦਾ ਬੜਾ ਇਸ ਵੇਲੇ ਮਾੜਾ ਹਾਲ ਹੈ, ਕਿਉਂਕਿ ਗੋਵੰਸ਼ ਵਾਸਤੇ ਅੱਗੇ ਹੈ, ਨਜ਼ਰ ਨਹੀਂ ਆ ਰਿਹਾ ਸਾਨੂੰ ਕਿ ਕਿੱਦਾਂ ਕਰਨਾ ਹੈ, ਕਿਆ ਕਰਨਾ ਹੈ। ਕਈ ਵਾਰ ਕੁਝ ਭਰਾ ਆ ਜਾਂਦੇ ਆ ਜਿਹੜਾ ਹਰਾ ਚਾਰਾ ਕੁਝ ਦੇ ਜਾਂਦੇ ਆ, ਲੇਕਿਨ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ ਹੈ ਕਿ 50 ਕੁਇੰਟਲ ਜਾਂ 100 ਕੁਇੰਟਲ ਤੂੜੀ ਸਿੱਟ ਜਾਵੇ, ਕਿਉਂਕਿ ਸਾਡੇ ਇੱਥੇ ਗੋਵੰਸ਼ ਦੀ ਕੋਈ ਸਥਾਈ ਗਿਣਤੀ ਨਹੀਂ ਹੈ। ਹੁਣ ਫੋਨ ਆ ਜਾਵੇ ਕਿ ਇੰਨੇ ਗੋਵੰਸ਼ ਪਏ ਆ ਜੀ, ਸੜਕਾਂ ਪਰ ਆ ਜਾਓ, ਬਿਮਾਰ ਹੈ ਜੀ, ਜਾਂ ਸਾਨੂੰ ਉਹ ਹਰ ਹਾਲ ਚੱਕ ਕੇ ਲੈ ਕੇ ਆਉਣੇ ਪੈਣੇ, ਕਿਉਂਕਿ ਅਸੀਂ ਦਿਲ ਤੇ ਮੰਨਿਆ ਹੈ ਗੋ ਸੇਵਾ ਨੂੰ, ਔਰ ਅਸੀਂ ਇਹਦੀ ਜ਼ਿੰਮੇਵਾਰੀ ਚੱਕੀ ਹੈ। ਤੁਸੀਂ ਆਓ ਕਦੀ ਸਾਡੇ ਨਾਲ ਗਰਾਊਂਡ ਲੈਵਲ ਪਰ ਦੇਖੋ ਤਾਂ ਸਹੀ ਕਿ ਕਿਸ ਤਰੀਕੇ ਨਾਲ ਇਹ ਵਿਵਸਥਾ ਕੀਤੀ ਜਾਂਦੀ ਹੈ। ਆਪਣਾ ਘਰ-ਬਾਰ ਦਾ ਸਾਰਾ ਕੰਮ ਛੱਡਣਾ ਪੈਂਦਾ ਹੈ, ਔਰ ਸੁੱਖ ਨਾਲ ਸਾਡੇ ਜਿਹੜੀ ਰੱਬ ਨੇ ਸੇਵਾ ਲਾਈ ਹੋਈ ਹੈ ਉਹਦੇ ਵਿੱਚ ਖਾਲੀ ਗੋਵੰਸ਼ ਦੀ ਸੇਵਾ ਨਹੀਂ ਹੈ, ਨਰ ਸੇਵਾ ਵੀ ਹੈ ਉਹਦੇ ਵਿੱਚ। ਪਤਾ ਨਹੀਂ ਕਿੱਥੇ ਕਿਸ ਵੇਲੇ ਨੱਠਣਾ ਪੈਂਦਾ ਹੈ। ਇਸ ਵੇਲੇ ਫਿਲਹਾਲ ਐਟ ਦਾ ਟਾਈਮ ਮੈਂ ਜਲੰਧਰੋਂ ਇੱਥੇ ਪੁੱਜਿਆ ਹੈ, ਹਾਲਾਂ ਘਰ ਨਹੀਂ ਵੜਿਆ। ਮੈਂ ਪਹਿਲਾਂ ਇਹੀ ਦੇਖ ਕੇ ਪੁੱਜਿਆ, ਮੈਂ ਕਿਹਾ ਤੂੜੀ ਨਹੀਂ ਹੈ, ਤੂੜੀ ਖਤਮ ਹੈ, ਕੱਲ ਨੂੰ 2 ਦਿਨ ਬਾਅਦ 3 ਦਿਨ ਬਾਅਦ ਕਿਨ ਦੇਖਣਾ ਹੈ, ਅਸੀਂ ਕਿਤੇ ਨਾ ਕਿਤੇ ਬਿਜ਼ੀ ਹੋ ਜਾਣਾ ਹੈ। ਮੈਂ ਚਾਹੁੰਦਾ ਜਿਹੜੇ ਆਪਣੇ ਭੈਣ ਭਰਾ ਜਿਨ੍ਹਾਂ ਨੂੰ ਖਰੀ ਰੱਬ ਨੇ ਬਖਸ਼ੀ ਹੈ, ਤਾਂ ਮੈਂ ਚਾਹੁੰਦਾ ਕਿ ਤੁਸੀਂ ਪਲੀਜ਼ ਮੋਹਰਾ ਆਓ, ਚਾਹੇ ਤੁਸੀਂ 10 ਦਿਓ ਚਾਹੇ 50 ਦਿਓ, ਜੁੜੋ ਜ਼ਰੂਰ ਇਸ ਸੰਸਥਾ ਨਾਲ। ਤੁਹਾਨੂੰ ਸਭ ਕੁਝ ਡਿਟੇਲ ਤੁਹਾਨੂੰ ਕੈਪਸ਼ਨ ਵਿੱਚ ਮਿਲਿਆ ਕਰਦੀ, ਸਕਰੀਨ ਪਰ ਤੁਹਾਡੇ ਸਾਰੀ ਡਿਟੇਲ ਹੈ। ਦੇਵਭੂਮੀ ਗੋ ਰਕਸ਼ਾ ਫਾਊਂਡੇਸ਼ਨ ਰਜਿਸਟਰਡ ਹੈ, ਤੁਸੀਂ ਡਾਇਰੈਕਟ ਅਕਾਊਂਟ ਵਿੱਚ ਸੇਵਾ ਪਾ ਸਕਦੇ ਆ, ਉਹ ਸਿੱਧੀ ਤੁਹਾਡੀ ਸੇਵਾ ਗੋਵੰਸ਼ ਨੂੰ ਆ ਕੇ ਲੱਗਣੀ ਹੈ। ਹਰ ਹਫਤੇ ਡਾਕਟਰ ਵਿਜ਼ਿਟ ਹੁੰਦੀ ਹੈ, ਹਰ ਗੋ ਮਾਤਾ ਨੂੰ ਕੋਈ ਨਾ ਕੋਈ ਉਪਚਾਰ ਦੀ ਲੋੜ ਹੁੰਦੀ ਹੈ, ਕੋਈ ਪੁਰਾਣੀ ਬਿਮਾਰੀਆਂ ਤੇ ਗ੍ਰਸਿਤ ਹੈ, ਕੋਈ ਕੈਲਸ਼ੀਅਮ ਦੀ ਕਮੀ ਹੈ, ਕਿਸੇ ਨੂੰ ਕੁਝ ਕਮੀ ਹੈ, ਉਹਦੇ ਵਾਸਤੇ ਹੈ ਜੋ ਪੱਲੋਂ ਲੱਗਦੀ ਨਾ। ਇਹ ਦੇਖ ਰਹੇ ਹੋ ਤੁਸੀਂ, ਆਹ ਦੇਖੋ ਬੱਠਲ, ਆਹ ਦਵਾਈਆਂ ਨਾਲ ਐਦਾਂ ਨਹੀਂ ਭਰਿਆ ਹੋਇਆ, ਇਹ ਹਮੇਸ਼ਾ ਤਿਆਰ ਰਹਿੰਦਾ। ਪਤਾ ਨਹੀਂ ਕਿਹੜੀ ਗੋ ਮਾਤਾ ਨੂੰ, ਕਿਹੜੇ ਗੋਵੰਸ਼ ਨੂੰ ਕਿਸ ਚੀਜ਼ ਦੀ ਜ਼ਰੂਰਤ ਪੈ ਜਾਵੇ। ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਪੂਰਾ ਹੋ ਸਕਦਾ ਹੈ, ਤੁਹਾਡੇ ਸਹਿਯੋਗ ਦੇ ਬਿਨਾਂ ਕੁਝ ਨਹੀਂ ਹੋ ਸਕਦਾ ਸਰ। ਘਰ ਬੈਠ ਕੇ ਬੜੀਆਂ ਗੱਲਾਂ ਕਰਨਾ ਬਹੁਤ ਆਸਾਨ ਹੈ, ਲੇਕਿਨ ਗਰਾਊਂਡ ਲੈਵਲ ਪਰ ਕਦੀ ਆਓ, ਗਰਾਊਂਡ ਲੈਵਲ ਕਦੀ ਨਾਲ ਜੁੜੋ। ਮੇਰੇ ਤੇ ਲਿਖ ਕੇ ਲਾ ਲਓ, ਤੁਹਾਡੇ ਦਿਲੋਂ ਇੰਨੀ ਕੁ ਜ਼ਿਆਦਾ ਤਸੱਲੀ ਮਿਲਣੀ, ਇੰਨੀ ਕੁ ਜ਼ਿਆਦਾ ਸ਼ਾਂਤੀ ਮਿਲਣੀ ਨਾ, ਜਿੱਲਾ ਤੁਸੀਂ ਕਿਸੇ ਵੀ ਗੋਵੰਸ਼ ਨੂੰ ਇੱਥੇ ਆ ਕੇ ਬੇਸ਼ੱਕ ਸੇਵਾ ਨਾ ਕਰੋ, ਕੁਛ ਨਾ ਚੜਾਓ, ਇੱਥੇ ਆ ਕੇ ਹਰਾ ਚਾਰਾ ਪਿਆ ਇਹੀ ਚੱਕ ਕੇ ਇੱਕ ਵਾਰੀ ਖਿਲਾ ਕੇ ਦੇਖੋ ਆਪਣੇ ਹੱਥੇ ਨਾਲ। ਤੁਹਾਨੂੰ ਇੱਦਾਂ ਲੱਗਣਾ ਹੈ ਕਿ ਮੈਂ ਆਪਣੇ ਹੱਥੇ ਨਾਲ ਆਪਣੀ ਮਾਂ ਨੂੰ ਰੋਟੀ ਖਿਲਾ ਰਿਹਾ। ਮਾਂ ਮੰਨਣਾ ਔਰ ਮਾਂ ਦੀ ਸੇਵਾ ਕਰਨੇ 'ਚ ਬਹੁਤ ਅੰਤਰ ਹੈ, ਯਾਦ ਰੱਖਿਓ ਇਸ ਚੀਜ਼ ਨੂੰ। ਅੱਜ ਸਾਡੀ ਗੋਸ਼ਾਲਾ ਵਿੱਚ ਤੂੜੀ ਦਾ ਸੰਕਟ ਹੈ। ਮੈਂ ਚਾਹੁੰਦਾ ਮੇਰੇ ਜਿਹੜੇ ਭੈਣ ਭਰਾ ਦਿਲੋਂ ਮੰਨਦੇ ਹੈ ਜਾਂ ਨਹੀਂ ਵੀ ਮੰਨਦੇ, ਤਾਂ ਅਗਰ ਤੁਸੀਂ ਇਹੀ ਸੋਚ ਕੇ ਦੇ ਸਕਦੇ ਆ ਕਿ ਮਾਂ ਨੂੰ ਇੱਥੇ ਚੜਾ ਦੂੰਗੇ ਤਾਂ ਤੁਹਾਡੀ ਆਪਣੇ ਪੂਰਵਜਾਂ ਨੂੰ ਲੱਗੂਗੀ, ਤੁਹਾਡੇ ਆਪਣੀ ਮਾਤਾ ਪਿਤਾ ਨੂੰ ਲੱਗੂਗੀ ਉਹ ਚੀਜ਼। ਅਗਰ ਤੁਸੀਂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਇੱਦਾਂ ਦੇ ਧਰਮ ਨੂੰ ਮੰਨਦੇ ਆ, ਮੈਂ ਨਹੀਂ ਕਹਿੰਦਾ ਕਿ ਸਿਰਫ ਹਿੰਦੂ ਧਰਮ ਹੋਵੇ, ਸਨਾਤਨ ਹੋਵੇ, ਮੈਂ ਚਾਹੇ ਉਹ ਸਿੱਖ ਭਰਾ ਹੋਵੇ, ਚਾਹੇ ਉਹ ਮੁਸਲਿਮ ਭਰਾ ਹੋਵੇ, ਚਾਹੇ ਉਹ ਕ੍ਰਿਸਚਨ ਹੋਵੇ, ਤੁਹਾਡਾ ਸਾਰਿਆਂ ਦਾ ਜਿਹੜਾ ਵੀ ਅਲੱਗ-ਅਲੱਗ ਧਰਮ ਹੋਵੇ, ਲੇਕਿਨ ਸਾਰਿਆਂ ਦੇ ਧਰਮਾਂ ਵਿੱਚ ਇੱਕ ਚੀਜ਼ ਕਾਮਨ ਹੈ, ਉਹ ਹੈ ਇਨਸਾਨੀਅਤ। ਹਰ ਧਰਮ ਕਹਿੰਦਾ ਹੈ ਕਿ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੁੰਦੀ ਹੈ। ਅੱਜ ਸਾਡੀ ਗੋਸ਼ਾਲਾ ਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਹੈ। ਮੈਂ ਚਾਹੁੰਦਾ ਪਲੀਜ਼ ਸਹਿਯੋਗ ਦਿਓ, ਸਾਥ ਹੋ, ਸਾਹਮਣੇ ਆਓ, ਬੈਠ ਕੇ ਸਿਰਫ ਗੱਲਾਂ ਨਾ ਕਰੋ, ਬੜੀਆਂ ਕਮੈਂਟਾਂ ਨਾ ਮਾਰੋ। ਅਗਰ ਸਾਡੀ ਟੀਮ ਗਰਾਊਂਡ ਲੈਵਲ ਪਰ ਨਿਕਲੀ ਹੈ ਤਾਂ ਤੁਹਾਡਾ ਸਾਥ ਹੋਣਾ ਬਹੁਤ ਜ਼ਰੂਰੀ ਹੈ ਸਰ। ਤੁਹਾਡੇ ਸਾਥ ਦੇ ਬਿਨਾਂ ਨਹੀਂ ਕਰ ਸਕਦੇ, ਕਿੰਨਾ ਕੁ ਚਲਾ ਲੂੰਗੇ ਅਸੀਂ। ਮੈਂ ਚਾਹੁੰਦਾ ਕਿ ਪਲੀਜ਼ ਤੁਸੀਂ ਸਾਰੇ ਜ਼ਰੂਰ ਸਾਹਮਣੇ ਆਓ, ਸਾਥ ਦਿਓ। ਜਿਹੜੇ ਵੀ ਭੈਣ ਭਰਾ ਦੇਖ ਰਹੇ ਜ਼ਰੂਰ ਜੁੜੋ ਇਸ ਗੋਸ਼ਾਲਾ ਨਾਲ, ਜ਼ਰੂਰ ਜੁੜੋ ਇਸ ਸੰਸਥਾ ਨਾਲ, ਫਾਊਂਡੇਸ਼ਨ ਨਾਲ, ਤਾਂ ਕਿ
ਜੋ ਇੱਥੇ ਅਸੀਂ ਮੁਹਿੰਮ ਛਿੜੀ ਹੋਈ ਹੈ ਸੇਵਾ ਦੀ, ਗੋ ਮਾਤਾ ਦੀ ਸੇਵਾ ਦੀ, ਉਹਨੂੰ ਸਾਕਾਰ ਕਰ ਪਾਈਏ। ਡਿਟੇਲ ਫੋਨ ਨੰਬਰ ਸਭ ਸਕਰੀਨ ਪਰ ਦਿੱਤੇ ਹੋਏ ਹੈ, ਤੁਸੀਂ ਕਦੇ ਵੀ ਵਿਜ਼ਿਟ ਕਰ ਸਕਦੇ ਹੈ। ਜ਼ਿਲ੍ਹਾ ਉਨਾ ਅੰਬ ਵਿੱਚ ਸਾਡੀ ਗੋਸ਼ਾਲਾ ਪੈਂਦੀ ਹੈ, ਧੰਦੜੀ 'ਚ, ਦੇਵ ਭੂਮੀ ਗੋ ਰਕਸ਼ਾ ਫਾਊਂਡੇਸ਼ਨ। ਤੇ ਪਲੀਜ਼ ਆਓ ਜ਼ਰੂਰ। ਔਰ ਗੱਲ ਮੇਰੀ ਹਮੇਸ਼ਾ ਯਾਦ ਰੱਖੋ, ਇਨਸਾਨੀਅਤ ਤੇ ਵੱਡਾ ਕੋਈ ਧਰਮ ਨਹੀਂ, ਸੇਵਾ ਤੇ ਵੱਡਾ ਕੋਈ ਕਰਮ ਨਹੀਂ। ਜੈ ਹਿੰਦ, ਜੈ ਹਿਮਾਚਲ।